ਸਤਨਾਮ ਵਾਹਿਗੁਰੂ ਸਾਹਿਬ ਜੀ। ਖਸ ਖਸ ਦਾਣਾ ਹੋਏ ਕੈ, ਖਾਕ ਅੰਦਰ ਹੋਏ ਖਾਕ ਸਮਾਵੈ। ਦੋਸਤ ਪੋਸਤ ਬੂਟ ਹੋਏ, ਰੰਗ ਬਿਰੰਗੀ ਫੁੱਲ ਖਿੜਾਵੈ। ਹੋਡਾ ਹੋਡੀ ਡੋਡੀਆਂ, ਇੱਕ ਦੂੰ ਇੱਕ ਚੜਾਓ ਚੜਾਵੈ। ਸੂਲੀ ਉੱਪਰ ਖੇਲਣਾ, ਪਿੱਛੋਂ ਦੇ ਸਿਰ ਛਤਰ ਧਰਾਵੈ। ਚੋਖ ਚੋਖ ਹੋਏ ਮਲਾਇਕੈ, ਲੋਹੂ ਪਾਣੀ ਰੰਗ ਰੰਗਾਵੈ। ਪਿਰਮ ਪਿਆਲਾ ਮਜਲਸੀ, ਜੋਗ ਭੋਗ ਸੰਜੋਗ ਬਣਾਵੈ। ਅਮਲੀ ਹੋਏ ਸੋ ਮਜਲਸ ਆਵੈ, ਅਮਲੀ ਹੋਏ ਸੋ ਮਜਲਸ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਅੱਜ ਦੀ ਵਿਚਾਰ ਭਾਈ ਗੁਰਦਾਸ ਸਾਹਿਬ ਜੀ ਦੀ ਚੌਥੀ ਵਾਰ ਦੀ 13ਵੀਂ ਪੌੜੀ ਤੋਂ ਆਰੰਭ ਹੋ ਰਹੀ ਹੈ। ਭਾਈ ਗੁਰਦਾਸ ਸਾਹਿਬ ਜੀ ਨੂੰ ਜੇਕਰ ਪੁੱਛੀਏ, ਭਾਈ ਸਾਹਿਬ ਜੀ ਗੁਰੂ ਦੇ ਦਰ 'ਤੇ, ਗੁਰੂ ਦੇ ਦਰਬਾਰ ਵਿੱਚ ਬਹੁਤ ਸਾਰੇ ਸੱਜਣ ਲੋਕ ਆਉਂਦੇ ਹੈ। ਕੋਈ ਲੰਗਰ ਦੀ ਸੇਵਾ ਕਰਦਾ ਹੈ, ਕੋਈ ਤੱਪੜ ਝਾੜਨ ਦੀ ਸੇਵਾ ਕਰਦਾ ਹੈ, ਕੋਈ ਭਾਂਡੇ ਮਾਂਜਦਾ ਹੈ, ਕੋਈ ਜੋੜਿਆਂ ਦੀ ਸੇਵਾ ਕਰਦਾ ਹੈ। ਕੀ ਇਹਨਾਂ ਸਾਰਿਆਂ ਦੀ ਸੇਵਾ ਗੁਰੂ ਦੇ ਦਰ ਦੇ ਉੱਤੇ ਕਬੂਲ ਹੋ ਜਾਂਦੀ ਹੈ? ਤਾਂ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਜਵਾਬ ਦਿੰਦੇ ਹੈ, ਐ ਗੁਰਸਿੱਖੋ, ਗੁਰੂ ਦੇ ਦਰ 'ਤੇ ਆਉਣ ਵਾਲੇ ਦੋ ਤਰ੍ਹਾਂ ਦੇ ਸੇਵਕ ਹੁੰਦੇ ਹੈ। ਇੱਕ ਵਪਾਰੀ ਸੇਵਕ ਹੁੰਦੇ ਹੈ ਤੇ ਦੂਜੇ ਆਪਾ ਭਾਵ ਗਵਾਉਣ ਵਾਲੇ। ਇੱਕ ਇਹੋ ਜਿਹੇ ਹੁੰਦੇ ਹੈ ਜਿਹੜੇ ਸੇਵਾ ਕਰਕੇ ਆਪਾ ਜਣਾਉਂਦੇ ਹੈ, ਮੈਂ ਸੇਵਾ ਕਰਦਾ ਹਾਂ, ਇਹਦੇ ਬਦਲੇ ਮੈਨੂੰ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਉਹਨਾਂ ਦੇ ਅੰਦਰ ਆਪਣਾ ਸਤਿਕਾਰ ਕਰਾਉਣ ਦੀ ਭੁੱਖ ਹੁੰਦੀ ਹੈ। ਉਹ ਆਪਣੀ ਸੇਵਾ ਦਾ ਮੁੱਲ ਪਵਾਉਂਦੇ ਹੈ। ਗੁਰੂ ਦੇ ਦਰ 'ਤੇ ਸੇਵਾ ਤਾਂ ਕਰਦੇ ਹਨ, ਪਰ ਉਹਦੇ ਬਦਲੇ ਉਹ ਮਾਣ ਪ੍ਰਾਪਤ ਕਰਦੇ ਵੀ ਸਾਨੂੰ ਆਹ ਕੁਝ ਪ੍ਰਾਪਤ ਹੋਵੇ। ਫਿਰ ਉਹਨਾਂ ਦੀ ਹਾਲਤ ਐਸੀ ਹੁੰਦੀ ਹੈ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ।
ਕਰਮ ਤਾਂ ਬਹੁਤ ਚੰਗੇ ਕਰਦੇ ਐ। ਤੇ ਮਹਾਰਾਜ ਬਾਣੀ ਵਿੱਚ ਫਰਮਾਉਂਦੇ, ਫਿਰ ਉਹਨਾਂ ਦੀ ਹਾਲਤ ਐਸੀ ਹੈ ਜਿਵੇਂ ਹਾਥੀ ਇਸ਼ਨਾਨ ਕਰ ਲਵੇ, ਨਹਾ ਲਵੇ, ਪਰ ਉਹ ਜਦੋਂ ਦਰਿਆ ਦੇ ਵਿੱਚੋਂ ਨਹਾ ਕੇ ਬਾਹਰ ਆਉਂਦਾ ਹੈ, ਆਪਣੀ ਸੁੰਡ ਦੇ ਨਾਲ ਮਿੱਟੀ ਘੱਟਾ ਰੇਤ ਆਪਣੇ ਸਰੀਰ ਦੇ ਉੱਤੇ ਫਿਰ ਪਾ ਲੈਂਦਾ ਹੈ। ਹਾਥੀ ਦਾ ਇਸ਼ਨਾਨ ਨਿਹਫਲ ਹੈ। ਇਸੇ ਤਰ੍ਹਾਂ ਜਿਹੜੇ ਤੀਰਥ ਯਾਤਰਾ ਕਰਦੇ, ਤੀਰਥ ਇਸ਼ਨਾਨ ਕਰਦੇ, ਵਰਤ ਰੱਖਦੇ, ਦਾਨ ਕਰਦੇ, ਇਹ ਕੁਝ ਕਰਦਿਆਂ ਹੋਇਆਂ ਜਿਹੜੇ ਮਨ ਵਿੱਚ ਹੰਕਾਰ ਕਰ ਲੈਂਦੇ ਹੈ, ਉਹਨਾਂ ਦਾ ਫਿਰ ਉਹ ਧਰਮ ਦਾ ਕੀਤਾ ਹੋਇਆ ਕਰਮ ਨਿਸ਼ਫਲ ਚਲਿਆ ਜਾਂਦਾ ਹੈ। ਹਾਂ, ਜਿਹੜੇ ਨਿਰਮਾਣਤਾ ਧਾਰਨ ਕਰ ਲੈਂਦੇ ਹੈ, ਨਿਮਰਤਾ ਤੇ ਗੁਰੂ ਦੇ ਦਰ 'ਤੇ ਆਪਾ ਨਹੀਂ ਜਣਾਉਂਦੇ, ਉਹਨਾਂ ਦੇ ਅੰਦਰ ਥੋੜ੍ਹਾ ਜਿੰਨਾ ਵੀ ਹੰਕਾਰ ਨਹੀਂ ਹੁੰਦਾ, ਸੇਵਾ ਸਿਮਰਨ ਕਰਦੇ ਹੈ, ਉਹ ਗੁਰੂ ਦੇ ਦਰ 'ਤੇ ਕਬੂਲ ਹੋ ਜਾਂਦੇ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ, ਆਪ ਗਵਾਈਐ ਤਾਂ ਸਹੁ ਪਾਈਐ। ਆਪਾ ਭਾਵ ਗਵਾਇਆ ਹੀ ਸ਼ਹੁ ਪਰਮਾਤਮਾ ਦੀ ਪ੍ਰਾਪਤੀ ਹੈ। ਆਪ ਗਵਾਏ ਸੇਵਾ ਕਰੇ। ਤੋ ਸੇਵਕ ਜਿਹੜਾ ਹੈ ਉਹ ਆਪਾ ਭਾਵ ਨੂੰ ਗਵਾ ਕੇ, ਹੰਕਾਰ ਨੂੰ ਛੱਡ ਕੇ ਸੇਵਾ ਕਰੇ। ਪਰ ਇਹੋ ਜਿਹਾ ਸੇਵਕ ਜਿਹੜਾ ਉਹ ਕੋਈ ਵਿਰਲਾ ਹੀ ਹੁੰਦਾ ਸੰਸਾਰ ਦੇ ਅੰਦਰ। ਭਾਈ ਗੁਰਦਾਸ ਜੀ ਅੱਜ ਦੀ ਇਸ ਪੌੜੀ ਦੇ ਵਿੱਚ ਉਦਾਹਰਣ ਦਿੰਦੇ ਹੈ, ਕਹਿੰਦੇ ਖਸਖਸ ਦਾ ਦਾਣਾ ਵੇਖੋ। ਖਸਖਸ ਦਾ ਦਾਣਾ ਬਿਲਕੁਲ ਛੋਟਾ ਜਿਹਾ ਹੈ, ਉਹ ਮਿੱਟੀ ਵਿੱਚ ਮਿਲ ਕੇ ਆਪਾ ਭਾਵ ਗਵਾ ਲੈਂਦਾ ਹੈ, ਮਿੱਟੀ ਦਾ ਰੂਪ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜੇ ਖਸਖਸ ਦੇ ਦਾਣੇ ਵਾਂਗ ਨਿੱਕੇ ਬਣਦੇ, ਮਤਲਬ ਨਿਮਰਤਾ ਧਾਰਦੇ ਹੈ, ਉਹ ਗੁਰੂ ਦੇ ਦਰ ਦੇ ਉੱਤੇ ਕਬੂਲ ਹੁੰਦੇ ਹੈ। ਸੋ ਆਓ ਭਾਈ ਗੁਰਦਾਸ ਜੀ ਸਾਨੂੰ ਇਸ ਪੌੜੀ ਦੇ ਵਿੱਚ ਸਮਝਾ ਰਹੇ ਨੇ, ਪਿਆਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ। ਖਸਖਸ ਦਾਣਾ ਹੋਏ ਕੈ, ਖਾਕ ਅੰਦਰ ਹੋਏ ਖਾਕ ਸਮਾਵੈ। ਭਾਈ ਸਾਹਿਬ ਜੀ ਕਹਿੰਦੇ ਨਾ, ਖਸਖਸ ਦਾ ਜਿਹੜਾ ਦਾਣਾ ਹੈ ਉਹ ਵੱਡਾ ਨਹੀਂ, ਬਿਲਕੁਲ ਛੋਟਾ ਹੈ। ਖਸਖਸ ਦਾ ਦਾਣਾ ਜਿਹੜਾ ਨਾ, ਉਹ ਬੀਜ ਰੂਪ ਹੋ ਕੇ, ਮਿੱਟੀ ਦਾ ਰੂਪ ਹੋ ਕੇ ਮਿੱਟੀ ਵਿੱਚ ਮਿਲ ਜਾਂਦਾ ਹੈ, ਉਹਦੇ ਵਿੱਚ ਹੀ ਉਹ ਸਮਾ ਜਾਂਦਾ ਹੈ। ਖਾਕ ਅੰਦਰ ਹੋਏ ਖਾਕ ਸਮਾਵੇ, ਖਾਕ ਵਿੱਚ ਖਾਕ ਮਿਲ ਕੇ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਦੋਸਤ ਪੋਸਤ ਬੂਟ ਹੋਏ, ਰੰਗ ਬਿਰੰਗੀ ਫੁੱਲ ਖਿੜਾਵੇ। ਫਿਰ ਖਸਖਸ ਦੇ ਦਾਣੇ ਤੋਂ ਜਦੋਂ ਉਹਦੇ ਛੋਟੇ ਛੋਟੇ ਪੌਦੇ ਪੈਦਾ ਹੁੰਦੇ ਹੈ, ਬੂਟੇ, ਦੋਸਤ ਪੋਸਤ, ਉਹ ਆਪੋ ਵਿੱਚ ਖਲੋਤੇ ਹੋਏ ਦੋਸਤ ਵਾਂਗ ਹੁੰਦੇ ਹੈ। ਜਿਵੇਂ ਦੋਸਤ ਦੇ ਨਾਲ ਦੋਸਤ ਖਲੋਤਾ ਹੁੰਦਾ ਨਾ, ਮੋਢੇ ਨਾਲ ਮੋਢਾ ਜੋੜ ਕੇ, ਕੋਈ ਕੰਮ ਹੋਵੇ, ਦੱਸੀ ਮੈਂ ਤੇਰੇ ਨਾਲ ਹਾਂ, ਆ ਤੁਸੀਂ ਰਾਜਸਥਾਨ ਵੱਲ ਨਿਕਲ ਜਾਓ, ਉੱਥੇ ਖੇਤੀ ਹੁੰਦੀ ਹੈ ਪੋਸਤ ਦੀ, ਬਾਕਾਇਦਾ ਲਾਇਸੈਂਸ ਹੁੰਦਾ ਹੈ ਕਿ ਤੁਸੀਂ ਇੰਨੇ ਥਾਂ ਦੇ ਵਿੱਚ ਇਹ ਬੀਜ ਸਕਦੇ ਹੋ, ਜਿੰਨੇ ਦਾ ਉਹਨਾਂ ਕੋਲ ਲਾਇਸੈਂਸ ਹੋਵੇਗਾ ਉਨੀ ਖੇਤੀ ਉਹ ਕਰ ਸਕਦੇ ਆ। ਦੋਸਤ ਪੋਸਤ ਬੂਟ ਹੋਏ, ਉਹ ਜਿਹੜੇ ਪੋਸਤ ਦੇ ਬੂਟੇ ਹੁੰਦੇ ਆ ਨਾ, ਇੱਕ ਦੂਜੇ ਦੇ ਦੋਸਤ ਬਣ ਕੇ ਖੇਤ ਵਿੱਚ ਖਲੋਤੇ ਹੁੰਦੇ ਹੈ। ਰੰਗ ਬਿਰੰਗੀ ਫੁੱਲ ਖਿੜਾਵੇ। ਫਿਰ ਕਈ ਤਰ੍ਹਾਂ ਦੇ ਜਿਹੜੇ ਫੁੱਲ ਹੈ ਨਾ, ਉਹਨੂੰ ਲੱਗਦੇ ਹੈ, ਫੁੱਲ ਖਿੜਦੇ ਨੇ, ਆਪਣਾ ਆਪ ਖਿੜਾ ਕੇ ਉਹ ਸੰਸਾਰ ਦੇ ਲੋਕਾਂ ਨੂੰ ਵਿਖਾਉਂਦੇ ਹੈ। ਹੋਡਾ ਹੋਡੀ ਡੋਡੀਆਂ,
ਇੱਕ ਨੂੰ ਇੱਕ ਚੜਾਓ ਚੜਾਵੇ। ਹੋਡਾ ਹੋਡੀ ਕਹਿੰਦੇ ਰੀਸੋ ਰੀਸੀ। ਜਿਵੇਂ ਆਪਣੀ ਕਹਾਵਤ ਹੈ ਨਾ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਕਹਿੰਦੇ ਜਿਹੜਾ ਪੋਸਤ ਹੈ ਨਾ, ਪੋਸਤ ਦਾ ਬੂਟਾ, ਉਹ ਪੌਦਾ, ਉਹ ਰੀਸੋ ਰੀਸੀ ਇਹਦੀਆਂ ਜਿਹੜੀਆਂ ਡੰਡੀਆਂ ਹੁੰਦੀਆਂ ਨੇ, ਡੰਡੀਆਂ ਜਿਹਦੇ ਉੱਤੇ ਉਹ ਪੋਸਤ ਲੱਗਣਾ ਹੁੰਦਾ, ਉੱਤੇ ਪੋਸਤ ਦਾ ਫਲ ਕਹਿ ਲਓ, ਸਾਰਿਆਂ ਨੇ ਤਕਰੀਬਨ ਦੇਖਿਆ ਹੁੰਦਾ ਹੈ। ਸੋ ਉਹ ਜਿਹੜੀਆਂ ਡੰਡੀਆਂ ਹਨ, ਉਹ ਰੀਸੋ ਰੀਸੀ ਇੱਕ ਤੋਂ ਇੱਕ ਅੱਗੇ ਹੋ ਕਰਕੇ ਆਪਣਾ ਆਪ ਪ੍ਰਗਟਾਉਂਦੀਆਂ ਨੇ। ਸੂਲੀ ਉੱਪਰ ਖੇਲਣਾ, ਪਿੱਛੋਂ ਦੇ ਸਿਰ ਛਤਰ ਧਰਾਵੇ। ਤੇ ਜਿਹੜਾ ਪੋਸਤ ਹੁੰਦਾ ਨਾ, ਉਹ ਸੂਲੀ ਦੇ ਉੱਤੇ ਖੇਡਦਾ ਹੈ। ਸੂਲੀ ਸਮਝਦੇ, ਜਿਹੜੀ ਉਹ ਜਿਹਦੇ ਉੱਤੇ ਪੋਸਤ ਲੱਗਦਾ ਨਾ, ਜਿਹੜੀ ਡੰਡੀ ਹੈ, ਸਮਝ ਲਓ ਉਹ ਸੂਲੀ ਹੈ। ਸੂਲੀ ਉੱਪਰ ਖੇਲਣਾ, ਡੰਡੀ ਦੇ ਉੱਪਰ ਪੋਸਤ ਹੁੰਦਾ ਹੈ, ਪਿੱਛੋਂ ਦੇ ਸਿਰ ਛਤਰ ਧਰਾਵੇ। ਅਤੇ ਉਸ ਤੋਂ ਬਾਅਦ ਵਿੱਚ ਉਹ ਛਤਰ ਵਾਂਗੂ ਬਣ ਜਾਂਦਾ ਹੈ। ਜਿਵੇਂ ਛਤਰ ਹੁੰਦਾ ਨਾ, ਇਸ ਤਰ੍ਹਾਂ ਦਾ ਉਹਦਾ ਆਕਾਰ ਹੁੰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਸਿਰ ਦੇ ਉੱਤੇ ਛਤਰ ਸੋਭ ਗਿਆ ਉਹਦੇ। ਚੁਖ ਚੁਖ ਹੋਏ ਮਲਾਇਕੈ, ਲੋਹੂ ਪਾਣੀ ਰੰਗ ਰੰਗਾਵੇ। ਫਿਰ ਖੇਤ ਦਾ ਮਾਲਕ ਕੀ ਕਰਦਾ ਹੈ, ਛਤਰ ਰੂਪ ਡੋਡੀ ਨੂੰ ਮਲ ਮਲ ਕੇ ਨਿੱਕੇ ਨਿੱਕੇ ਟੁਕੜੇ ਕਰ ਦਿੰਦੇ ਹੈ। ਜਦੋਂ ਪੋਸਤ ਉਹ ਫਸਲ ਪੂਰੀ ਹੋ ਜਾਂਦੀ ਹੈ, ਉਹ ਸਾਰੇ ਪੋਸਤ ਦੇ ਫਲ ਜਿਹੜੇ ਨੇ ਤੋੜ ਲਏ ਜਾਂਦੇ ਹੈ। ਫੀਮ ਵੀ ਉਸੇ ਦੇ ਵਿੱਚੋਂ ਨਿਕਲਦੀ ਹੈ। ਇਹ ਹੈ ਵੀ ਸਾਧਨਾ ਕਰਨੀ ਪੈਂਦੀ ਹੈ। ਉਹ ਪਾਣੀ ਜਿਹਾ ਉਹਦਾ ਵੱਖਰਾ ਕਰ ਲੈਂਦੇ ਹੈ, ਦਾਣੇ ਵੱਖਰੇ ਕੱਢ ਲੈਂਦੇ ਹੈ, ਅਤੇ ਜਿਹੜਾ ਦੂਜਾ ਫਲ ਹੁੰਦਾ ਉਹਨੂੰ ਪੀਹ ਵੀ ਲੈਂਦੇ, ਬਰੀਕ ਕਰ ਲੈਂਦੇ ਹੈ। ਅਮਲੀ ਪੋਸਤੀ ਜਿਹੜੇ ਨੇ ਉਸ ਪੋਸਤ ਦਾ ਸੇਵਨ ਕਰਦੇ ਹੈ, ਪੀਂਦੇ ਹੈ, ਨਸ਼ਾ ਹੁੰਦਾ ਉਹਦੇ ਵਿੱਚ। ਚੁਖ ਚੁਖ ਹੋਏ ਮਲਾਇਕੈ, ਲੋਹੂ ਪਾਣੀ ਰੰਗ ਰੰਗਾਵੇ। ਭਾਈ ਗੁਰਦਾਸ ਜੀ ਕਹਿੰਦੇ ਫਿਰ ਉਸ ਨੂੰ ਮਲ ਮਲ ਕੇ ਨਾ ਨਿੱਕੇ ਨਿੱਕੇ ਟੁਕੜੇ ਕਰ ਦਿੱਤੇ ਜਾਂਦੇ ਹੈ। ਲੋਹੂ ਪਾਣੀ ਰੰਗ ਰੰਗਾਵੇ। ਫਿਰ ਕਈ ਪਾਣੀ 'ਚ ਪਾ ਕੇ ਉਹਨੂੰ ਰਿੰਨ ਲੈਂਦੇ ਹੈ। ਕਈ ਨਾ ਪੋਸਤ ਦਾ ਵੀ ਕਾੜ੍ਹਾ ਬਣਾ ਕੇ ਉਹ ਪੀ ਲੈਂਦੇ ਹੈ। ਨਸ਼ਈ ਜਿਹੜੇ ਨਸ਼ੇ ਕਰਦੇ ਹੈ, ਉਹ ਪਾਣੀ ਦਾ ਜਿਹੜਾ ਰੰਗ ਨਾ ਲੋਹੂ, ਕਹਿੰਦੇ ਲਹੂ ਵਰਗਾ ਹੋ ਜਾਂਦਾ ਹੈ। ਪੂਰਨ ਲਹੂ ਵਰਗਾ ਨਹੀਂ, ਤੁਸੀਂ ਵੇਖੋ ਉਹ ਲਹੂ ਦੇ ਰੰਗ ਵਰਗਾ, ਉਹਦੇ ਨਾਲ ਮਿਲਦਾ ਜੁਲਦਾ ਉਹੋ ਜਿਹਾ ਭਾਅ ਮਾਰਨ ਲੱਗ ਪੈਂਦਾ ਹੈ, ਉਹੋ ਜਿਹਾ ਰੰਗ ਹੋ ਜਾਂਦਾ ਹੈ। ਪਿਰਮ ਪਿਆਲਾ ਮਜਲਸੀ, ਜੋਗ ਭੋਗ ਸੰਜੋਗ ਬਣਾਵੇ। ਫਿਰ ਇਹੀ ਪਾਣੀ ਜਿਹੜਾ ਨਾ ਪਿਆਲਿਆਂ ਦੇ ਵਿੱਚ ਪਾ ਕੇ ਸਭਾ ਦੇ ਵਿੱਚ ਪਹੁੰਚਦਾ ਹੈ। ਜੋਗ ਅਤੇ ਭੋਗ ਦਾ ਇਹ ਸੰਜੋਗ ਬਣਾਉਂਦਾ ਹੈ। ਜੋਗੀ ਲੋਕ ਇਸ ਨੂੰ ਪੀ ਕੇ ਸਮਾਧੀ ਵਿੱਚ ਲੀਨ ਹੁੰਦੇ ਹੈ, ਅਤੇ ਭੋਗੀ ਜਿਹੜੇ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲੇ ਹੈ, ਉਹ ਇਸ ਪਿਆਲੇ ਨੂੰ, ਪੋਸਤ ਦੇ ਪਿਆਲੇ ਨੂੰ ਪੀ ਕੇ ਵਿਕਾਰ ਭੋਗਦੇ ਹੈ। ਉਹ ਵਿਕਾਰਾਂ ਦੇ ਵਿੱਚ ਗਲਤਾਨ ਹੋ ਜਾਂਦੇ ਹੈ। ਅਮਲੀ ਹੋਏ ਸੋ ਮਜਲਸ ਆਵੇ। ਸੋ ਜਿਹੜੀ ਅਮਲੀਆਂ ਦੀ ਸਭਾ ਹੁੰਦੀ ਹੈ ਨਾ, ਇਹਨਾਂ ਦੀ ਮਜਲਸ ਹੁੰਦੀ ਹੈ, ਪੋਸਤੀਆਂ ਦੀ ਸਭਾ, ਉਹਦੇ ਵਿੱਚ ਉਹੀ ਆਉਂਦਾ ਹੈ ਜਿਹੜਾ ਇਹਦਾ ਅਮਲੀ ਹੁੰਦਾ ਹੈ। ਜਿਹੜਾ ਬੰਦਾ ਪੋਸਤ ਪੀਣ ਦਾ ਆਦੀ ਹੈ, ਉਹ ਇਹਨਾਂ ਦੀ ਮਜਲਸ ਸਭਾ ਦੇ ਵਿੱਚ ਜਾ ਕੇ ਇਹਦਾ ਸੇਵਨ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਇਸ ਪੌੜੀ ਦੇ ਵਿੱਚ ਸਮਝਾਇਆ ਹੈ ਵੀ ਇੱਕ ਖਸਖਸ ਦੇ ਦਾਣੇ ਨੂੰ ਵੇਖੋ, ਉਹ ਛੋਟਾ ਜਿਹਾ ਹੈ, ਪਰ ਜੋਗੀ ਲੋਕ ਜਿਹੜੇ ਨੇ ਸਮਾਧੀ ਵਿੱਚ ਲੀਨ ਹੋ ਗਏ, ਭੋਗੀ ਲੋਕ ਜਿਹੜੇ ਨੇ ਵਿਸ਼ਿਆਂ ਨੂੰ ਭੋਗਣ ਲੱਗ ਪਏ। ਜੋ ਵੀ ਕੋਈ ਵੀ ਜਿਹੜਾ ਗੁਰੂ ਕਾ ਸਿੱਖ ਹੈ, ਉਹ ਜੇ ਗੁਰੂ ਦੇ ਦਰ ਦੇ ਉੱਤੇ ਕਬੂਲ ਹੋਣਾ ਚਾਹੁੰਦਾ ਹੈ, ਤਾਂ ਖਸਖਸ ਦੇ ਦਾਣੇ ਵਾਂਗ ਉਹਨੂੰ ਛੋਟਾ ਬਣਨਾ ਪਏਗਾ।
ਉਹਨੂੰ ਨਿਮਰਤਾ ਧਾਰਨ ਕਰਨੀ ਪਏਗੀ, ਸਾਰਿਆਂ ਦੀ ਚਰਨ ਧੂੜ ਬਣਨਾ ਪਏਗਾ, ਅਤੇ ਫਿਰ ਉਹ ਸਿੱਖੀ ਦੇ ਮਾਰਗ ਦੀ ਮੰਜ਼ਿਲ ਨੂੰ ਤੈਅ ਕਰਕੇ ਰੱਬੀ ਦਰਬਾਰ ਦੇ ਵਿੱਚ ਪੁੱਜ ਸਕਦਾ ਹੈ। ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨੇ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸੋ ਇਸ ਪੌੜੀ ਦੇ ਵਿੱਚ ਭਾਈ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੁਸੀਂ ਪੋਸਤ ਪੀਓ ਜਾਂ ਉਹਦਾ ਸੇਵਨ ਕਰੋ ਜਾਂ ਇਸ ਨਸ਼ੇ ਦੇ ਆਦੀ ਬਣੋ। ਸਿਰਫ ਉਦਾਹਰਣ ਦਿੱਤੀ ਹੈ। ਖਸਖਸ ਦਾ ਦਾਣਾ ਛੋਟਾ ਹੈ, ਮਿੱਟੀ ਵਿੱਚ ਮਿਲਿਆ, ਫਿਰ ਉੱਗਿਆ, ਪੋਸਤ ਲੱਗਾ, ਸਿਰ 'ਤੇ ਛਤਰ ਝੂਲਿਆ। ਅਤੇ ਇਸੇ ਤਰ੍ਹਾਂ ਜਿਹੜੇ ਨਿੱਕੇ ਨਿਮਰਤਾ ਧਾਰਨ ਕਰ ਲੈਂਦੇ ਹੈ ਨਾ, ਉਹਨਾਂ ਦੇ ਸਿਰ ਦੇ ਉੱਤੇ ਸ਼ੋਭਾ ਦਾ ਛਤਰ ਝੂਲਦਾ ਹੈ, ਅਤੇ ਫਿਰ ਉਹ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ ਹੈ। ਰਸ ਭਰਿਆ ਰਸ ਰੱਖਦਾ, ਬੋਲਣ ਅਣਬੋਲਣ ਅਬ ਰਿੱਠਾ। ਭਾਈ ਗੁਰਦਾਸ ਜੀ ਹੁਣ ਸਾਨੂੰ ਦੱਸਦੇ ਹੈ ਕਮਾਦ ਗੰਨੇ ਦਾ ਦ੍ਰਿਸ਼ਟਾਂਤ ਦੇ ਕੇ। ਤਕਰੀਬਨ ਹਰ ਬੰਦੇ ਨੇ ਆਪਣੀ ਜ਼ਿੰਦਗੀ ਜੀਵਨ ਵਿੱਚ ਗੰਨਾ ਚੂਪਿਆ ਹੁੰਦਾ ਹੈ। ਮਿਠਾਸ ਹੈ ਗੰਨੇ ਵਿੱਚ, ਰਸ ਹੈ। ਰੋਹ ਵੀ ਆਪਾਂ ਸਾਰਿਆਂ ਨੇ ਪੀਤੀ ਹੈ, ਰੋਹ ਦੀ ਖੀਰ ਵੀ ਬਣਦੀ ਹੈ। ਫਿਰ ਉਹਦੇ ਤੋਂ ਅੱਗੇ ਉਸ ਰਸ ਤੋਂ ਖੰਡ ਮਠਿਆਈਆਂ ਦੇ ਵਿੱਚ ਪੈਂਦੀ ਹੈ, ਕਈ ਤਰ੍ਹਾਂ ਦੇ ਪਕਵਾਨ ਬਣਦੇ ਹੈ। ਸੋ ਗੰਨੇ ਦੀ ਸਾਧਨਾ ਬੜੀ ਲੰਮੀ ਹੈ। ਭਾਈ ਸਾਹਿਬ ਜੀ ਸਮਝਾਉਂਦੇ ਨੇ, ਰਸ ਭਰਿਆ ਰਸ ਰੱਖਦਾ। ਜਿਹੜਾ ਗੰਨਾ ਹੈ ਨਾ, ਉਹ ਰਸ ਦੇ ਨਾਲ ਭਰਿਆ ਹੋਇਆ ਹੈ। ਰਸ ਰੱਖਦਾ, ਉਹ ਆਪਣੇ ਆਪ ਦੇ ਵਿੱਚ ਰਸ ਰੱਖਦਾ ਹੈ। ਜੇ ਗੰਨੇ 'ਚ ਰਸ ਹੀ ਨਾ ਹੋਵੇ ਤਾਂ ਫਿਰ ਕੀ ਕਰਨਾ? ਫਿਰ ਤਾਂ ਬਾਲਣ ਦਾ ਹੀ ਕੰਮ ਆਉਣਾ ਨਾ। ਸੁੱਕ ਗਿਆ, ਬਾਲਣ ਬਣ ਗਿਆ, ਭਾਵੇਂ ਚੁੱਲ੍ਹੇ 'ਚ ਬਾਲੋ, ਭਾਵੇਂ ਹੋਰ ਕੰਮ ਲੈ ਲਓ। ਰਸ ਕਰਕੇ ਹੀ ਉਹਦੀ ਕਦਰ ਹੈ, ਉਹਦੇ ਅੰਦਰ ਮਿਠਾਸ ਹੈ, ਉਹਦੇ ਵਿੱਚ ਰਸ ਭਰਿਆ ਹੈ। ਗੰਨੇ ਵਿੱਚ ਰਸ ਆਪਣੇ ਵਿੱਚ ਰੱਖਦਾ ਹੈ। ਬੋਲਣ ਅਣਬੋਲਣ ਅਬ ਰਿੱਠਾ। ਬੋਲਣ ਜਾਂ ਨਾ ਬੋਲਣ, ਦੋਹਾਂ ਹਾਲਤਾਂ ਦੇ ਵਿੱਚ ਗੰਨਾ ਮਿੱਠਾ ਹੈ। ਕਿਸੇ ਤਰ੍ਹਾਂ ਵੀ ਉਹਦਾ ਰਸ ਕੱਢੋ, ਭਾਵੇਂ ਕੋਈ ਚੂਪ ਲਵੇ, ਭਾਵੇਂ ਉਹਨੂੰ ਕੋਈ ਪੀੜ ਕੇ ਵੇਲਣੇ ਦੇ ਵਿੱਚ ਉਹਦਾ ਰਸ ਕੱਢ ਕੇ ਰੋਹ ਪੀ ਲਵੇ, ਉਹ ਹਰ ਤਰ੍ਹਾਂ ਹੀ ਮਿੱਠਾ ਹੈ, ਮਿਠਾਸ ਦਿੰਦਾ ਹੈ। ਅਥਵਾ ਦੂਜਾ ਭਾਵ ਬੋਲਣ ਅਣਬੋਲਣ ਅਬ ਰਿੱਠਾ। ਜਿਹੜੇ ਬੋਲਦੇ ਨੇ ਅਤੇ ਅਣਬੋਲਣ, ਜਿਹੜੇ ਬੋਲ ਨਹੀਂ ਪਾਉਂਦੇ, ਗੂੰਗੇ ਨੇ, ਦੋਵਾਂ ਨੂੰ ਹੀ ਮਿੱਠਾ ਲੱਗਦਾ ਹੈ। ਜੇ ਗੂੰਗਾ ਗੰਨੇ ਦੇ ਰਸ ਨੂੰ ਪੀਵੇਗਾ ਜਾਂ ਗੰਨਾ ਚੂਪੇਗਾ, ਉਹਨੂੰ ਵੀ ਮਿੱਠਾ ਲੱਗਣਾ ਹੈ, ਅਤੇ ਬੋਲਣ ਵਾਲਾ ਉਹ ਗੰਨੇ ਨੂੰ ਚੂਪੇਗਾ ਜਾਂ ਗੰਨੇ ਦਾ ਰਸ ਪੀਵੇਗਾ, ਉਹਨੂੰ ਵੀ ਮਿੱਠਾ ਲੱਗੇਗਾ। ਸੁਣਿਆ ਅਣਸੁਣਿਆ ਕਰੇ, ਕਰੇ ਵਿਚਾਰ ਡਿੱਠਾ ਅਣਡਿੱਠਾ। ਅਤੇ ਫਿਰ ਸੰਘਣਾ ਜਿਹੜਾ ਗੰਨੇ ਦਾ ਖੇਤ ਹੁੰਦਾ ਹੈ ਨਾ, ਪੂਰੀ ਗੰਨੇ ਦੀ ਫਸਲ ਆਪਾਂ ਵੇਖਦੇ ਹਾਂ 10-10, 15-15 ਫੁੱਟ ਗੰਨਾ ਉੱਚਾ ਹੋ ਜਾਂਦਾ ਹੈ। ਸੁਣਿਆ ਅਣਸੁਣਿਆ ਕਰੇ। ਜਦੋਂ ਸੰਘਣੀ ਗੰਨੇ ਦੀ ਖੇਤੀ ਹੁੰਦੀ ਨਾ, ਉਹਦੇ ਵਿੱਚੋਂ ਫਿਰ ਦੂਜੇ ਸਿਰੇ ਆਵਾਜ਼ ਨਹੀਂ ਸੁਣਦੀ। ਕਰੇ ਵਿਚਾਰ ਡਿੱਠਾ ਅਣਡਿੱਠਾ। ਅਤੇ ਉਹਦੇ ਵਿੱਚ ਜਦੋਂ ਕੋਈ ਲੁਕਦਾ ਹੈ, ਉਹ ਲੁਕਿਆ ਹੋਇਆ ਵੀ ਨਹੀਂ ਦਿਸਦਾ। ਭਾਵ ਸੁਣੇ ਨੂੰ ਅਣਸੁਣਿਆ ਅਤੇ ਡਿੱਠੇ ਨੂੰ ਅਣਡਿੱਠਿਆਂ ਕਰਨ ਵਾਲਾ ਗੰਨਾ ਹੈ, ਗੰਨੇ ਦਾ ਖੇਤ ਹੈ। ਸੁਣਿਆ ਅਣਸੁਣਿਆ ਕਰੇ। ਅਥਵਾ ਜਿਹਨੂੰ ਸੁਣਦਾ ਹੈ ਕੰਨਾਂ ਤੋਂ, ਅਤੇ ਦੂਜਾ ਅਣਸੁਣਿਆ ਜਿਹਨੂੰ ਨਹੀਂ ਸੁਣਦਾ, ਬੋਲਾ ਹੈ। ਦੋਵੇਂ ਗੰਨੇ ਨੂੰ ਪਿਆਰ ਕਰਦੇ ਹੈ, ਦੋਵੇਂ ਚਾਹੁੰਦੇ ਹੈ ਇਹਦਾ ਰਸ ਮਿਲੇ। ਕਰੇ ਵਿਚਾਰ ਡਿੱਠਾ ਅਣਡਿੱਠਾ। ਦੇਖਣ ਵਾਲਾ ਅਤੇ ਅਣਡਿੱਠਾ, ਜਿਹਦੀਆਂ ਅੱਖਾਂ ਦੇ ਵਿੱਚ ਜੋਤ ਨਹੀਂ, ਜਿਹੜਾ ਬਾਹਰ ਸੰਸਾਰ ਨੂੰ ਦੇਖ ਨਹੀਂ ਸਕਦਾ, ਇਹ ਵਿਚਾਰ ਕਰਦੇ ਹੈ ਕਿ ਅਸੀਂ ਗੰਨਾ ਚੂਪੀਏ ਜਾਂ ਇਹਦੇ ਰਸ ਨੂੰ ਪ੍ਰਾਪਤ ਕਰੀਏ। ਅੱਖੀਂ ਧੂੜ ਅਟਾਈਆਂ, ਅੱਖੀਂ ਵਿੱਚ ਅੰਗੂਰ ਬਹਿਠਾ। ਫਿਰ ਜਦੋਂ ਗੰਨਾ ਉਹਦੀ ਖੇਤੀ ਕੀਤੀ ਜਾਂਦੀ, ਬੀਜਿਆ ਜਾਂਦਾ ਹੈ, ਆਪਾਂ ਕੀ ਕਰਦੇ ਹਾਂ? ਖੇਤ ਦੇ ਵਿੱਚ ਸਿਆੜ ਕੱਢਦੇ ਹਾਂ।
ਜਿਵੇਂ ਆਲੂਆਂ ਦੇ ਸਿਆੜ ਨਹੀਂ ਹੁੰਦੇ, ਫਿਰ ਗੰਨੇ ਦੇ ਟੋਟੇ ਕਰ ਨਾ ਉਹਨਾਂ ਸਿਆੜਾਂ ਦੇ ਵਿੱਚ ਉਹ ਗੰਨੇ ਦੀਆਂ ਪੋਰੀਆਂ ਜਿਹੜੀਆਂ ਉਹ ਬੀਜ ਦਿੱਤੀਆਂ ਜਾਂਦੀਆਂ, ਉਹ 'ਤੇ ਸੁਹਾਗਾ ਮਾਰ ਦਿਓ, ਪੱਧਰਾ ਹੋ ਗਿਆ ਖੇਤ। ਇਸ ਤਰ੍ਹਾਂ ਵੀ ਸੋ ਭਾਈ ਸਾਹਿਬ ਜੀ ਕਹਿੰਦੇ ਅੱਖੀਂ ਧੂੜ ਅਟਾਈਆਂ, ਗੰਨੇ ਦੀਆਂ ਜਿਹੜੀਆਂ ਅੱਖਾਂ ਹੁੰਦੀਆਂ ਨਾ, ਜਿੱਥੋਂ ਉਹ ਉੱਗਦਾ ਹੈ, ਆਪਾਂ ਵੇਖਦੇ ਨਾ ਹਰੇਕ ਪੋਰੀ ਦੇ ਨਾਲ ਉਹਦੀਆਂ ਅੱਖਾਂ ਹੁੰਦੀਆਂ ਹੈ ਗੰਨੇ, ਤਾਂ ਉਹ ਜਦੋਂ ਜ਼ਮੀਨ ਦੇ ਵਿੱਚ ਬੀਜਿਆ ਜਾਂਦਾ ਹੈ, ਅਟਾਈਆਂ ਉਹਦੇ ਵਿੱਚ ਗੱਡ ਦਿੱਤਾ ਜਾਂਦਾ ਹੈ ਮਿੱਟੀ ਦੇ ਵਿੱਚ। ਅੱਖੀਂ ਵਿੱਚ ਅੰਗੂਰ ਬਹਿਠਾ, ਤਾਂ ਉਹਦੀਆਂ ਅੱਖਾਂ ਦੇ ਵਿੱਚ ਅੰਗੂਰ ਹੁੰਦਾ ਹੈ। ਅੰਗੂਰ ਜਿੱਥੋਂ ਉਹਦੀਆਂ ਕਰੂੰਬਲਾਂ ਫੁੱਟਦੀਆਂ ਨੇ, ਉਹਦੀਆਂ ਅੱਖਾਂ ਦੇ ਵਿੱਚੋਂ ਉਹ ਕਰੂੰਬਲਾਂ ਜਿਹੜੀਆਂ ਨੇ ਨਿਕਲਦੀਆਂ ਨੇ। ਜਦੋਂ ਮਿੱਟੀ ਵਿੱਚ ਦੱਬ ਦਿੱਤਾ ਗੰਨਾ, ਅੱਖਾਂ ਦੇ ਵਿੱਚੋਂ ਕਰੂੰਬਲਾਂ, ਉੱਥੋਂ ਫਿਰ ਨਵੇਂ ਗੰਨੇ ਪੈਦਾ ਹੁੰਦੇ ਹੈ। ਇੱਕ ਦੂ ਬਾਹਲੇ ਬੂਟ ਹੋਏ, ਸਿਰ ਤਲਵਾਇਆ ਇੱਠੋ ਇੱਠਾ। ਫਿਰ ਇੱਕ ਪੌਦੇ ਤੋਂ ਕਈ ਪੌਦੇ ਅੱਗੇ ਗੰਨੇ ਦੇ ਬਣ ਜਾਂਦੇ ਹੈ। ਇੱਕ ਗੰਨੇ ਤੋਂ ਕਈ ਗੰਨੇ, ਇੱਕ ਗੰਨਾ ਹੁੰਦਾ ਨਾ, ਉਹਨੂੰ ਜਦੋਂ ਆਪਾਂ ਬੀਜਦੇ ਹਾਂ ਧਰਤੀ ਵਿੱਚ, ਅਤੇ ਇੱਕ ਗੰਨੇ ਦੀਆਂ ਪੋਰੀਆਂ ਦੇ ਨਾਲ ਕਿੰਨੀਆਂ ਅੱਖਾਂ ਹੁੰਦੀਆਂ, ਉੱਥੋਂ ਫਿਰ ਉਹਦੀਆਂ ਕਰੂੰਬਲਾਂ ਨਿਕਲਦੀਆਂ, ਉਹ ਫਿਰ ਹੋਰ ਨਾਲੋਂ ਜਿਵੇਂ ਕੇਲਾ ਨਹੀਂ, ਉਹਦੀਆਂ ਕਰੂੰਬਲਾਂ ਥੱਲੋਂ ਕਿੱਲੇ ਵੀ ਕਹਿ ਦਿੰਦੇ, ਉਹਦੇ ਅੰਗੂਰ ਫੁੱਟਦੇ ਹੈ। ਇਸ ਤਰ੍ਹਾਂ ਉੱਥੋਂ ਹੋਰ ਜਿਹੜੀਆਂ ਕਰੂੰਬਲਾਂ ਫੁੱਟਦੀਆਂ ਨੇ, ਉਹ ਗੰਨੇ ਦਾ ਰੂਪ ਲੈ ਲੈਂਦੀਆਂ ਨੇ। ਇੱਕ ਤੋਂ ਫਿਰ ਬਾਹਲੇ ਗੰਨੇ ਹੋ ਜਾਂਦੇ ਹੈ। ਸਿਰ ਤਲਵਾਇਆ, ਸਿਰ ਹੇਠਾਂ ਹੁੰਦਾ ਹੈ ਗੰਨੇ ਦਾ, ਅਤੇ ਪੈਰ ਉੱਤੇ। ਸਿਰ ਹੇਠਾਂ ਕਰਕੇ ਪੈਰ ਉੱਤੇ ਕਰਕੇ ਇਹ ਸਾਧਨਾ ਕਰਦਾ ਹੈ। ਇੱਠੋ ਇੱਠਾ, ਅਤੇ ਪਿਆਰੇ ਤੋਂ ਪਿਆਰਾ ਹੈ ਇਹ ਗੰਨਾ। ਦੋਹ ਖੁੰਡਾਂ ਵਿੱਚ ਪੀੜੀ ਹੈ, ਟੋਟੇ ਲਾਹੇ ਇਤ ਗੁਣ ਮਿੱਠਾ। ਫਿਰ ਜਦੋਂ ਗੰਨਾ ਪੂਰਾ ਜੋਬਨ 'ਤੇ ਹੋ ਜਾਂਦਾ ਹੈ, ਮਾਲਕ ਵੇਖ ਲੈਂਦਾ ਹੈ ਵੀ ਹੁਣ ਪੂਰਾ ਰਸ ਭਰਿਆ ਗਿਆ, ਹੁਣ ਇਹ ਗੰਨੇ ਨੂੰ ਇਹ ਜਿਹੜੀ ਗੰਨੇ ਦੀ ਫਸਲ ਨੂੰ ਸਾਂਭ ਲਿਆ ਜਾਵੇ। ਫਿਰ ਗੰਨੇ ਨੂੰ ਜੜ੍ਹੋਂ ਕੱਟਿਆ ਜਾਂਦਾ ਹੈ, ਆਗ ਵੱਖ ਕਰ ਲਏ ਜਾਂਦੇ ਨੇ। ਆਗ ਪਹਿਲਾਂ ਪਸ਼ੂਆਂ ਨੂੰ ਵੀ ਪਾਏ ਜਾਂਦੇ ਸੀ। ਫਿਰ ਉਸ ਨੂੰ ਦੋਹਾਂ ਖੁੰਡਾਂ ਦੇ ਵਿੱਚ ਵੇਲਣੇ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚ ਪੀੜਿਆ ਜਾਂਦਾ ਹੈ। ਟੋਟੇ ਲਾਹੇ ਇਤ ਗੁਣ ਮਿੱਠਾ, ਅਤੇ ਉਹਦੇ ਅਨੇਕਾਂ ਟੋਟੇ ਕਰਕੇ ਵੇਲਣੇ ਦੇ ਵਿੱਚ ਪੀੜਿਆ ਜਾਂਦਾ ਹੈ, ਰਸ ਕੱਢਿਆ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨੇ ਲੰਮੀ ਸਾਧਨਾ ਕੀਤੀ, ਇਸ ਗੁਣ ਕਰਕੇ ਉਹ ਮਿੱਠਾ ਹੈ। ਪਹਿਲਾਂ ਮਿੱਟੀ ਵਿੱਚ ਮਿਲਿਆ, ਅੱਖਾਂ ਵਿੱਚੋਂ ਕਰੂੰਬਲਾਂ ਫੁੱਟੀਆਂ, ਗੰਨੇ ਬਣੇ, ਸਿਰ ਹੇਠਾਂ ਪੈਰ ਉੱਤੇ ਕੀਤੇ। ਉਹਦੀਆਂ ਜੜ੍ਹਾਂ 'ਚ ਦਾੜ੍ਹੀ ਹੁੰਦੀ ਹੈ, ਜਿਹੜੀਆਂ ਜੜ੍ਹਾਂ ਹੁੰਦੀਆਂ ਉਹਨੂੰ ਦਾੜ੍ਹੀ ਵੀ ਕਹਿ ਦਿੰਦੇ। ਤੋ ਸਿਰ ਹੇਠਾਂ ਅਤੇ ਪੈਰ ਉਹਦੇ ਉੱਤੇ ਸਾਧਨਾ ਕੀਤੀ, ਅਤੇ ਫਿਰ ਕੋਹਲੂ ਆਪਣਾ ਜਿਹੜਾ ਵੇਲਣਾ ਉਹਦੇ ਵਿੱਚ ਪੀੜਿਆ ਗਿਆ, ਅਤੇ ਉਹਦੇ ਵਿੱਚੋਂ ਰਸ ਨਿਕਲਿਆ, ਮਿਠਾਸ ਪੈਦਾ ਹੋਈ। ਵੀਹ ਇੱਕੀਹ ਵਰਤਦਾ, ਅਵਗਣੀ ਆਰੇ ਪਾਪ ਪਣਿੱਠਾ। ਭਾਈ ਸਾਹਿਬ ਜੀ ਕਹਿੰਦੇ ਹੁਣ ਗੰਨੇ ਨੂੰ ਉਹਨੂੰ ਵਰਤਣਾ ਕਿਵੇਂ ਹੈ। 20 ਵਿਸਵੇ ਇਸ ਸੰਸਾਰ ਨੂੰ ਕਹਿੰਦੇ, ਇੱਕ ਵੀ ਵਿਸੇ ਸਤ ਸੰਗਤ ਨੂੰ ਕਹਿੰਦੇ। ਸੰਸਾਰੀ ਲੋਕ ਵੀ ਇਸ ਗੰਨੇ ਨੂੰ ਵਰਤਦੇ ਹੈ। ਵਿਆਹ ਸ਼ਾਦੀਆਂ ਦੇ ਵਿੱਚ ਇਸ ਗੰਨੇ ਤੋਂ ਬਣੀ ਹੋਈ ਖੰਡ ਜਾਂ ਗੁੜ, ਉਹਦੀ ਮਠਿਆਈ ਬਣਦੀ ਹੈ। ਅਤੇ 21 ਜੋ ਸਤ ਸੰਗਤ ਹੈ, ਸਾਧ ਸੰਗਤ ਹੈ, ਇਹਦੇ ਵਿੱਚ ਵੀ ਵਰਤਿਆ ਜਾਂਦਾ ਹੈ। ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ, ਖੰਡ ਤੋਂ ਅੱਗੇ ਪਤਾਸੇ ਬਣਦੇ ਹੈ, ਅੰਮ੍ਰਿਤ ਸੰਚਾਰ ਦੇ ਵਿੱਚ ਪਾਏ ਜਾਂਦੇ ਹੈ, ਅੰਮ੍ਰਿਤ ਤਿਆਰ ਹੁੰਦਾ ਹੈ, ਅੰਮ੍ਰਿਤ ਛਕ ਕੇ ਗੁਰੂ ਵਾਲੇ ਸਤ ਸੰਗਤ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਇਹ ਗੰਨਾ, ਅਤੇ ਸੰਸਾਰ ਦੇ ਲੋਕ ਵੀ ਵਰਤਦੇ ਨੇ। ਹੋਰ ਕਿਹੜੇ ਵਰਤਦੇ ਨੇ? ਅਵਗਣੀ ਆਰੇ ਪਾਪ ਪਣਿੱਠਾ, ਅਤੇ ਅਵਗਣ ਆਰੇ ਜਿਹੜੇ ਔਗਣਾਂ ਨੂੰ ਧਾਰਨ ਕਰਨ ਵਾਲੇ ਨੇ, ਪਾਪ ਕਰਨ ਵਾਲੇ ਨੇ, ਉਹ ਇਸੇ ਗੰਨੇ ਤੋਂ ਬਣਿਆ ਗੁੜ, ਉਹ ਗੁੜ ਦੀ ਸ਼ਰਾਬ ਕੱਢਦੇ ਹੈ। ਸ਼ਰਾਬ ਪੀ ਕੇ ਉਹ ਗੁਰੂ ਸਿਧਾਂਤ ਤੋਂ ਦੂਰ ਹੁੰਦੇ।
ਕਈ ਪਾਪ ਕਰਦੇ ਹੈ ਸ਼ਰਾਬ ਪੀ ਕਰਕੇ, ਗਾਲਾਂ ਕੱਢਦੇ ਹੈ। ਸੋ ਇਸ ਤਰ੍ਹਾਂ ਉਹ ਪਾਪ ਕਰਕੇ ਪਣਿੱਠਾ ਨਾਸ਼ ਹੋ ਜਾਂਦੀ ਹੈ। ਹੁਣ ਗੰਨਾ ਤਾਂ ਇੱਕ ਹੀ ਹੈ, ਅੰਗੂਰ ਖਾਣ ਦੀ ਮਨਾਹੀ ਤੇ ਨਹੀਂ ਕਿਸੇ ਨੂੰ, ਪਰ ਕੱਲ੍ਹ ਨੂੰ ਕੋਈ ਕਵੇ ਜੀ ਪੀ ਲਓ ਸ਼ਰਾਬ ਪੀ ਲਓ, ਅੰਗੂਰਾਂ ਤੋਂ ਹੀ ਬਣੀ ਆ ਜੀ, ਨਹੀਂ। ਸੱਚੇ ਪਾਤਸ਼ਾਹ ਨੇ ਪ੍ਰਤੱਖ ਰੂਪ ਵਿੱਚ ਸਾਨੂੰ ਬਾਣੀ ਦੇ ਵਿੱਚ ਇਹ ਦੁਨੀਆ ਦੇ ਭੈੜੇ ਨਸ਼ਿਆਂ ਤੋਂ ਵਰਜਿਆ ਹੈ। ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਜੇ ਪਾਰ ਹੋਣਾ ਚਾਹੁੰਦਾ ਹੈ, ਇਹ ਝੂਠੇ ਮਦ ਨਸ਼ੇ ਨੂੰ ਨਾ ਪੀਵੀਂ। ਸੋ ਭਾਈ ਸਾਹਿਬ ਜੀ ਕਹਿੰਦੇ ਸਤ ਸੰਗਤ ਵਿੱਚ ਵਰਤਿਆ ਗਿਆ ਉਹ ਗੁਰੂ ਚਰਨਾਂ ਨਾਲ ਜੁੜ ਗਏ, ਅਤੇ ਜਿਨ੍ਹਾਂ ਗੰਨੇ ਦਾ ਬਣਿਆ ਗੁੜ ਉਹਦੇ ਤੋਂ ਸ਼ਰਾਬ ਕੱਢ ਕੇ ਪੀਤੀ, ਉਹ ਨਾਸ਼ ਹੋ ਗਏ। ਮੰਨੇ ਗੰਨੇ ਵਾਂਗ ਸੋ ਤਿੱਠਾ। ਸੋ ਜਿਹੜਾ ਗੰਨੇ ਵਾਂਗ ਆਪਣੇ ਆਪ ਨੂੰ ਮੰਨਦਾ ਹੈ, ਇਹੋ ਜਿਹੀ ਸਾਧਨਾ ਕਰਦਾ ਹੈ, ਆਪਣੇ ਜੀਵਨ ਵਿੱਚ ਰਸਨਾ ਦੇ ਵਿੱਚ ਆਪਣੇ ਅੰਦਰ ਰਸ ਪੈਦਾ ਕਰਦਾ, ਮਿਠਾਸ ਪੈਦਾ ਕਰਦਾ ਹੈ। ਗੁਰਮੁਖ ਪਿਆਰੇ ਗੰਨੇ ਦੀ ਮਿਠਾਸ ਤੋਂ ਗੁਣ ਲੈਂਦੇ, ਸਿੱਖਿਆ ਲੈਂਦੇ ਹੈ ਕਿ ਅਸੀਂ ਵੀ ਨਾਮ ਦੀ ਮਿਠਾਸ ਆਪਣੇ ਜੀਵਨ ਦੇ ਵਿੱਚ ਪੈਦਾ ਕਰਨੀ ਹੈ। ਫਿਰ ਉਹ ਮਿਠਾਸ ਮਿੱਠੇ ਸੁਭਾਅ ਵਾਲੇ, ਚੰਗੇ ਸੁਭਾਅ ਵਾਲੇ ਗੁਰਮੁਖ ਬਣ ਕੇ ਅਤੇ ਭਲੇ ਕੰਮ ਕਰਦੇ ਹੈ, ਸੰਸਾਰ ਤੋਂ ਤਰ ਜਾਂਦੇ ਹੈ ਅਤੇ ਉਹ ਮੁਕਤ ਹੋ ਜਾਂਦੇ, ਧਰਮ ਦੇ ਉੱਤੇ ਦ੍ਰਿੜ ਰਹਿੰਦੇ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਨੇ ਸਾਨੂੰ ਗੰਨੇ ਦਾ ਦ੍ਰਿਸ਼ਟਾਂਤ ਦੇ ਕੇ ਨਾਮ ਰਸ ਨੂੰ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ ਅਤੇ ਜੀਵਨ ਨੂੰ ਸਫਲ ਬਣਾਉਣ ਦੀ ਇਹ ਸਿੱਖਿਆ ਬਖਸ਼ੀ ਹੈ। ਹੁਣ ਅਗਲੀ 15ਵੀਂ ਪੌੜੀ ਵਿੱਚ ਮਾਣ ਤਿਆਗ ਕਰਕੇ ਗੁਰੂ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੈ। ਕਣ ਹਰ ਬੂੰਦ ਸੁਹਾਵਣੀ, ਨੀਵੀਂ ਹੋਏ ਅਗਸ ਹੋ ਆਵੇ। ਕਣਹਰ ਬੱਦਲਾਂ ਤੋਂ ਇੱਕ ਬੂੰਦ ਹੇਠਾਂ ਨੂੰ ਡਿੱਗੀ, ਬਹੁਤ ਸੋਹਣੀ, ਬੜੀ ਸੁਹਾਵਣੀ ਸ਼ਵਾਂਤੀ ਬੂੰਦ। ਨੀਵੀਂ ਹੋਏ ਅਗਸ ਹੋ ਆਵੇ, ਉਹ ਆਕਾਸ਼ ਤੋਂ ਨੀਵੀਂ ਹੋ ਕੇ ਹੇਠਾਂ ਧਰਤੀ ਵੱਲ ਨੂੰ ਆਉਂਦੀ ਹੈ। ਆਪ ਗਵਾਏ ਸਮੁੰਦ ਵੇਖ, ਸਿੱਪੇ ਦੇ ਮੋਹੇ ਵਿੱਚ ਸਮਾਵੇ। ਛੋਟੀ ਜਿਹੀ ਬੂੰਦ ਜਿਹੜੀ ਆਕਾਸ਼ ਤੋਂ ਹੇਠਾਂ ਨੂੰ ਆਈ, ਉਹਨੂੰ ਬੜਾ ਮਾਣ ਸੀ, ਮੈਂ ਬੜੇ ਉੱਚੇ ਥਾਂ ਤੋਂ ਹੇਠਾਂ ਨੂੰ ਆ ਰਹੀ ਹਾਂ। ਪਰ ਜਦੋਂ ਥੱਲੇ ਆਈ, ਥੱਲੇ ਸੀ ਸਮੁੰਦਰ। ਉਹ ਬੂੰਦ ਨੇ ਸਮੁੰਦਰ ਵੇਖਿਆ, ਉਹਦਾ ਸਾਰਾ ਹੰਕਾਰ ਜਾਂਦਾ ਰਿਹਾ ਵੀ ਮੈਂ ਤਾਂ ਆਪਣੇ ਆਪ ਨੂੰ ਹੀ ਵੱਡਾ ਸਮਝਦੀ ਸੀ, ਵੀ ਮੇਰੇ ਤੋਂ ਵੱਡਾ ਤਾਂ ਕੋਈ ਹੈ ਨਹੀਂ ਬ੍ਰਹਿਮੰਡ ਦੇ ਵਿੱਚ। ਕਵੀ ਜੀ ਭਾਈ ਗੁਰਦਾਸ ਜੀ ਕਹਿੰਦੇ ਵੀ ਜਦੋਂ ਉਹ ਬੂੰਦ ਆਕਾਸ਼ ਤੋਂ ਹੇਠਾਂ ਆਈ, ਹੰਕਾਰ ਸੀ ਉਹਦੇ ਅੰਦਰ, ਪਰ ਥੱਲੇ ਸਮੁੰਦਰ ਨੂੰ ਵੇਖ ਕੇ ਉਹਨੇ ਆਪਾ ਭਾਵ ਗਵਾ ਦਿੱਤਾ ਵੀ ਮੈਂ ਇੱਕ ਬੂੰਦ ਹਾਂ, ਸਮੁੰਦਰ ਦਾ ਕੀ ਮੁਕਾਬਲਾ, ਕੀ ਮੈਂ ਮੁਕਾਬਲਾ ਕਰ ਸਕਦੀ ਹਾਂ। ਉਹਦਾ ਹੰਕਾਰ ਚਲਿਆ ਗਿਆ, ਹੰਕਾਰ ਉਹਨੇ ਦੂਰ ਕਰ ਦਿੱਤਾ। ਸਿੱਪੇ ਦੇ ਮੋਹੇ ਵਿੱਚ ਸਮਾਵੇ। ਅਤੇ ਜਦੋਂ ਉਹ ਬੂੰਦ ਡਿੱਗੀ ਨਾ, ਸਮੁੰਦਰ ਵਿੱਚ ਸੀ ਸਿੱਪੀ, ਸਿੱਪੀ ਦੇ ਮੂੰਹ ਦੇ ਵਿੱਚ ਉਹ ਬੂੰਦ ਸਮਾ ਗਈ। ਲੈਂਦੋ ਹੀ ਮੋਹੇ ਬੂੰਦ ਸਿਪ, ਚੁੰਬੀ ਮਾਰ ਪਤਾਲ ਲੁਕਾਵੇ। ਜਦੋਂ ਸਿੱਪੀ ਦੇ ਵਿੱਚ ਉਹ ਸ਼ਵਾਂਤੀ ਬੂੰਦ ਪਈ, ਸਿੱਪੀ ਦਾ ਮੂੰਹ ਬੰਦ ਹੋਇਆ, ਉਸ ਬੂੰਦ ਨੂੰ ਆਪਣੇ ਮੂੰਹ ਦੇ ਵਿੱਚ ਲੈਂਦਿਆਂ ਹੀ ਚੁੱਭੀ ਮਾਰ ਕੇ ਉਹ ਜਿਹੜੀ ਸਿੱਪੀ ਸੀ ਸਮੁੰਦਰ ਦੇ ਵਿੱਚ ਹੇਠਾਂ ਪਤਾਲ ਵਿੱਚ ਚਲੀ ਗਈ। ਸਮੁੰਦਰ ਦੇ ਵਿੱਚ ਥੱਲੇ ਕਿਸੇ ਡੂੰਘੀ ਚਟਾਨ ਦੇ ਨਾਲ ਨਾ ਸੱਜੇ ਖੱਬੇ ਉੱਥੇ ਜਾ ਕੇ ਲੱਗ ਗਈ। ਸ਼ਵਾਂਤੀ ਬੂੰਦ ਸਿੱਪੀ ਦੇ ਵਿੱਚ ਪਈ ਹੋਈ ਹੁਣ ਸਾਧਨਾ ਕਰਦੀ ਹੈ। ਫੜ ਕੱਢੈ ਮਰ ਜੀਵੜਾ, ਪਰ ਕਾਰਜ ਨੂੰ ਆਪ ਫੜਾਵੇ। ਅਤੇ ਫਿਰ ਜਦੋਂ ਡੂੰਘੇ ਪਾਣੀ ਵਿੱਚ ਉਹ ਸਿੱਪੀ ਜਾ ਲੁਕਦੀ ਹੈ, ਸ਼ਵਾਂਤੀ ਬੂੰਦ ਪੈਣ ਕਰਕੇ ਉਸ ਸਿੱਪੀ ਦੇ ਵਿੱਚ ਸੁੱਚਾ ਮੋਤੀ ਪੈਦਾ ਹੋ ਜਾਂਦਾ ਹੈ। ਅਤੇ ਫਿਰ ਮਰਜੀਵੜਾ ਜਿਹੜਾ ਹੁੰਦਾ, ਮਰਜੀਵੜਾ ਕਹਿੰਦੇ ਜਿਹੜੇ ਸਮੁੰਦਰ ਵਿੱਚ ਚੁੱਭੀ ਲਾਉਣ ਵਾਲੇ ਗੋਤਾਖੋਰ ਹੁੰਦੇ ਹੈ,
ਭਾਈ ਗੁਰਦਾਸ ਜੀ ਕਹਿੰਦੇ ਫਿਰ ਸਮੁੰਦਰ ਵਿੱਚ ਚੁੱਭੀ ਲਾਉਣ ਵਾਲਾ ਮਰਜੀਵੜਾ ਆਉਂਦਾ ਹੈ। ਉਸ ਸਮੁੰਦਰ ਵਿੱਚ ਚੁੱਭੀ ਲਾ ਕੇ ਉਸ ਸਿੱਪੀ ਨੂੰ ਬਾਹਰ ਕੱਢ ਲਿਆਉਂਦਾ ਹੈ। ਪਰ ਕਾਰਜ ਨੂੰ ਆਪ ਫੜਾਵੇ। ਪਰਾਏ ਦੇ ਕਾਰਜ ਨੂੰ ਸਿੱਧ ਕਰਨ ਵਾਸਤੇ ਉਹ ਸ਼ਵਾਂਤੀ ਬੂੰਦ ਜਿਹੜੀ ਮੋਤੀ ਬਣੀ ਸਿੱਪੀ ਦੇ ਵਿੱਚ, ਕਹਿੰਦੇ ਸਿੱਪੀ ਜਿਹੜੀ ਹੈ ਨਾ ਉਹ ਆਪਣੇ ਆਪ ਨੂੰ ਫੜਾ ਦਿੰਦੀ ਹੈ, ਦੂਜੇ ਦੇ ਹਵਾਲੇ ਕਰ ਦਿੰਦੀ ਹੈ। ਪਰ ਵਸ ਪਰ ਉਪਕਾਰਨੋ ਪਰ ਹੱਥ ਪੱਥਰ ਦੰਦ ਭਨਾਵੇ। ਪਰ ਉਪਕਾਰ ਕਰਨ ਦੇ ਵਾਸਤੇ ਉਹ ਸਿੱਪੀ ਪਰਾਏ ਦੇ ਵਸ ਪੈ ਜਾਂਦੀ ਹੈ। ਜਦੋਂ ਬੂੰਦ ਉਹਦੇ ਮੂੰਹ ਵਿੱਚ ਪਈ ਸੀ ਨਾ, ਸੁੱਚਾ ਮੋਤੀ ਬਣ ਗਿਆ। ਉਹ ਇੱਕ ਥਾਂ ਤੋਂ ਹੋਰ ਥਾਂ 'ਤੇ ਵੀ ਜਾ ਸਕਦੀ ਸੀ, ਪਰ ਨਹੀਂ, ਉਹਨੇ ਪਰਉਪਕਾਰ ਕਰਨ ਲਈ ਮਰਜੀਵੜੇ ਨੂੰ ਫੜਾ ਦਿੱਤਾ। ਆਪਣਾ ਆਪ ਜਿਹੜਾ ਨਾ ਉਹਨੇ ਮਰਜੀਵੜੇ ਨੂੰ ਫੜਾਇਆ ਪਰਉਪਕਾਰ ਕਰਨ ਲਈ। ਪਰ ਹੱਥ ਪੱਥਰ ਦੰਦ ਭਨਾਵੇ। ਅਤੇ ਫਿਰ ਪਰਾਏ ਹੱਥਾਂ ਵਿੱਚ ਜਦੋਂ ਚਲੀ ਗਈ ਅਤੇ ਉਹਨੇ ਪੱਥਰ ਮਾਰ ਮਾਰ ਕੇ ਨਾ ਉਸ ਸਿੱਪੀ ਦੇ ਵਿੱਚੋਂ ਮੋਤੀ ਕੱਢਿਆ। ਭਾਈ ਸਾਹਿਬ ਜੀ ਕਹਿੰਦੇ ਵੇਖੋ, ਉਹਦੇ ਵਿੱਚ ਕੀਮਤੀ ਸੁੱਚਾ ਮੋਤੀ ਸੀ ਅਤੇ ਹੁਣ ਪਰਾਏ ਵਸ ਪੈ ਕੇ ਆਪਣੇ ਦੰਦ ਤੜਵਾਉਂਦੀ ਹੈ। ਭਾਵ ਸਿੱਪੀ ਨੂੰ ਤੋੜ ਕੇ ਉਹਦੇ ਵਿੱਚੋਂ ਮੋਤੀ ਕੱਢਿਆ ਜਾਂਦਾ ਹੈ। ਫਿਰ ਉਹ ਮੋਤੀ ਜਿਹੜਾ ਹੈ ਰਾਜਿਆਂ ਮਹਾਰਾਜਿਆਂ ਦੇ ਤਾਜ ਦੇ ਵਿੱਚ, ਮੁਕਟ ਦੇ ਵਿੱਚ ਜੜਿਆ ਜਾਂਦਾ ਹੈ। ਰਾਜਿਆਂ ਮਹਾਰਾਜਿਆਂ ਦੇ ਸਿਰ ਦੇ ਉੱਤੇ ਉਹ ਮੋਤੀ ਤਾਜ ਵਿੱਚ ਜੜਿਆ ਸ਼ੋਭਾ ਪਾਉਂਦਾ ਹੈ। ਭੁੱਲ ਅਭੁੱਲ ਅਮੁੱਲ ਦੇ ਮੋਤੀ ਦਾਨ ਨਾ ਪਛੋਤਾਵੈ। ਭੁੱਲ ਕਹਿ ਲਓ ਜਾਂ ਅਭੁੱਲ, ਆਪ ਚੇਤੇ ਰੱਖ ਕੇ ਜਿਹੜੀ ਸਿੱਪੀ ਹੈ ਉਹ ਅਮੋਲਕ ਮੋਤੀ ਦਾ ਦਾਨ ਦੇ ਕੇ ਪਛਤਾਉਂਦੀ ਨਹੀਂ ਹੈ। ਭੁੱਲ ਵਿੱਚ ਵੀ ਅਤੇ ਅਭੁੱਲ। ਇੱਕ ਹੁੰਦਾ ਭੁੱਲ ਵਿੱਚ ਵੀ ਪਤਾ ਹੀ ਨਹੀਂ, ਦੂਜਾ ਹੁੰਦਾ ਪਤਾ ਹੈ ਵੀ ਇਹ ਚੀਜ਼ ਮੈਂ ਦੇਣ ਲੱਗਾ ਫਲਾਣੇ ਨੂੰ। ਸੋ ਭੁੱਲ ਅਭੁੱਲ ਦੋਵਾਂ ਹਾਲਤਾਂ ਦੇ ਵਿੱਚ ਅਮੋਲਕ ਮੋਤੀ ਦਾ ਦਾਨ ਦੇ ਕੇ ਜਿਹੜੀ ਸਿੱਪੀ ਹੈ ਕਦੀ ਪਛਚਾਤਾਪ ਨਹੀਂ ਕਰਦੀ ਵੀ ਇਹ ਮੈਂ ਮੋਤੀ ਦਾ ਆਪਣਾ ਦਾਨ ਕਿਉਂ ਕੀਤਾ। ਉਹਨੂੰ ਪਤਾ ਹੈ ਇਹ ਮੋਤੀ ਦੀ ਕਦਰ ਜਾਣਨ ਵਾਲੇ ਜਿਹੜੇ ਜੌਹਰੀ ਨੇ ਕਿਸੇ ਥਾਂ 'ਤੇ ਜੜ ਕੇ ਇਹ ਸ਼ਿੰਗਾਰ, ਸ਼ੁਭ ਸ਼ਿੰਗਾਰ ਬਣੇਗਾ, ਰਾਜਿਆਂ ਦੇ ਸਿਰ ਦੇ ਮੁਕਟ 'ਤੇ ਸੱਜੇਗਾ। ਉਹਨੂੰ ਪਤਾ ਹੈ ਸਫਲ ਜਨਮ ਕੋਈ ਵਰਸਾਵੇ। ਭਾਈ ਗੁਰਦਾਸ ਜੀ ਕਹਿੰਦੇ ਇਸ ਸੰਸਾਰ ਵਿੱਚ ਜੀਵਨ ਉਸੇ ਦਾ ਹੀ ਸਫਲਾ ਹੈ ਜਿਸ ਦਾ ਕੋਈ ਵੀ ਕਿਸੇ ਨੂੰ ਕੁਝ ਲਾਭ ਪ੍ਰਾਪਤ ਹੁੰਦਾ ਹੈ। ਬੂੰਦ ਆਕਾਸ਼ ਤੋਂ ਹੇਠਾਂ ਆਈ, ਸਮਝਾਇਆ ਇਹ ਸਾਨੂੰ ਸਾਰਿਆਂ ਨੂੰ ਹੈ। ਭਾਈ ਸਾਹਿਬ ਨੇ ਮਨੁੱਖ ਨੂੰ ਸਮਝਾਇਆ ਵੀ ਜਿਵੇਂ ਬੂੰਦ ਵੱਡੇ ਹੰਕਾਰ ਦੇ ਨਾਲ ਆਸਮਾਨ ਤੋਂ ਹੇਠਾਂ ਉਤਰੀ, ਪਰ ਥੱਲੇ ਉਹਨੇ ਸਮੁੰਦਰ ਦਾ ਵਿਸਥਾਰ ਵੇਖਿਆ। ਜਦੋਂ ਸਮੁੰਦਰ ਦਾ ਵਿਸਥਾਰ ਵੇਖਿਆ ਅਤੇ ਫਿਰ ਉਹਦਾ ਹੰਕਾਰ ਚਲਿਆ ਗਿਆ ਵੀ ਸਮੁੰਦਰ ਤਾਂ ਬਹੁਤ ਵੱਡਾ, ਮੈਂ ਤਾਂ ਛੋਟੀ ਜਿਹੀ ਬੂੰਦ ਹਾਂ। ਉਸ ਬੂੰਦ ਨੂੰ ਸਿੱਪੀ ਨੇ ਆਪਣੀ ਗੋਦ ਵਿੱਚ ਲੈ ਲਿਆ, ਮੋਤੀ ਬਣ ਗਿਆ। ਗੋਤਾਖੋਰ ਮਰਜੀਵੜੇ ਨੇ ਉਹ ਸਿੱਪੀ ਕੱਢ ਕੇ ਲਿਆਂਦੀ, ਮੋਤੀ ਨਿਕਲਿਆ ਅਤੇ ਪਾਤਸ਼ਾਹਾਂ ਦੇ ਸਿਰ ਦੇ ਉੱਤੇ ਉਹ ਮੋਤੀ ਸਜਿਆ, ਮੁਕਟ ਵਿੱਚ ਪੈ ਕੇ ਉਹ ਗਹਿਣਾ ਬਣ ਗਿਆ, ਸ਼ੋਭਾ ਬਣੀ। ਸੋ ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਜਿਹੜਾ ਜੀਵ ਹੈ ਨਾ ਇਹਦੇ ਅੰਦਰ ਹੰਕਾਰ ਬਹੁਤ ਹੈ, ਪਰ ਜਦੋਂ ਵੇਖਦਾ ਹੈ ਜਿਵੇਂ ਬੂੰਦ ਨੇ ਸਮੁੰਦਰ ਵੇਖ ਕੇ ਹੰਕਾਰ ਦੂਰ ਕਰ ਦਿੱਤਾ ਵੀ ਇੱਥੇ ਤਾਂ ਇੱਕ ਦੂ ਇੱਕ ਝੜੰਦੀ ਆ, ਮੈਂ ਤਾਂ ਕੁਝ ਵੀ ਨਹੀਂ ਹਾਂ, ਇਹਦਾ ਹੰਕਾਰ ਦੂਰ ਹੋ ਜਾਂਦਾ ਹੈ। ਫਿਰ ਆਪਾਂ ਭਾਵ ਤਿਆਗ ਕੇ ਜਦੋਂ ਰੱਬੀ ਮਾਰਗ 'ਤੇ ਚੱਲਦਾ ਨਾ, ਜਿਵੇਂ ਉਹ ਬੂੰਦ ਮੋਤੀ ਬਣ ਕੇ ਰਾਜਿਆਂ ਮਹਾਰਾਜਿਆਂ ਦੇ ਮੁਕਟ ਦੇ ਵਿੱਚ ਜੜੀ ਗਈ, ਇਸੇ ਤਰ੍ਹਾਂ ਫਿਰ ਇਹ ਉੱਚੀ ਪਦਵੀ ਨੂੰ ਪ੍ਰਾਪਤ ਕਰਕੇ ਗੁਰਮੁਖ ਬਣ ਕੇ ਇਹ ਮਾਲਕ ਦੇ ਦਰ 'ਤੇ ਰਾਜਾ ਸਰੂਪ ਜੋ ਪਰਮੇਸ਼ਰ ਹੈ ਨਾ ਉਹਦੇ ਦਰ 'ਤੇ ਇਹ ਕਬੂਲ ਹੋ ਜਾਂਦਾ ਹੈ। ਹੀਰੇ ਹੀਰਾ ਭੇਦੀਐ ਬਰਮੇ ਕਣੀ ਅਣੀ ਹੋਏ ਹੀਰੇ,
ਹੁਣ ਭਾਈ ਸਾਹਿਬ ਜੀ ਅਗਲੀ 16ਵੀਂ ਪੌੜੀ ਵਿੱਚ ਸਾਨੂੰ ਸਮਝਾਉਂਦੇ ਨੇ, ਹੀਰੇ ਹੀਰਾ ਬੇਧੀਐ। ਹੀਰਾ ਜਿਹੜਾ ਨਾ ਉਹ ਹੀਰੇ ਦੇ ਨਾਲ ਹੀ ਵਿੰਨਿਆ ਜਾਂਦਾ ਹੈ। ਹੀਰੇ ਦੇ ਵਿੱਚ ਜਦੋਂ ਸੁਰਾਖ ਕਰਨਾ ਹੋਵੇ ਉਹ ਕਿਸੇ ਲੋਹੇ ਦੇ ਨਾਲ ਨਹੀਂ ਕੀਤਾ ਜਾਂਦਾ, ਉਹ ਹੀਰੇ ਦੇ ਨਾਲ ਹੀ ਕੀਤਾ ਜਾਂਦਾ ਹੈ। ਹੀਰੇ ਨੂੰ ਹੀ ਹੀਰਾ ਵਿੰਨ ਸਕਦਾ ਹੈ। ਪਰ ਵਿੰਨਦਾ ਕਿਵੇਂ ਹੈ? ਬਰਮੀ ਕਣੀ ਅਣੀ ਹੋਏ ਹੀਰੇ। ਵਰਮਾ ਹੁੰਦਾ ਨਾ ਜਿਹੜਾ, ਉਸ ਵਰਮੇ ਦੀ ਜਿਹੜੀ ਅਗਲੀ ਅਣੀ ਹੁੰਦੀ ਹੈ ਉਹਦੇ ਵਿੱਚ ਹੀਰੇ ਦੀ ਕਣੀ ਜੜੀ ਜਾਂਦੀ ਹੈ। ਤੇ ਜਦੋਂ ਹੀਰੇ ਦੀ ਕਣੀ ਵਰਮੇ ਦੇ ਅੱਗੇ ਜੜੀ ਜਾਂਦੀ ਹੈ ਫਿਰ ਉਹ ਹੀਰੇ ਨੂੰ ਵਿੰਨਦੀ ਹੈ। ਅੱਜ ਕੱਲ੍ਹ ਆ ਡਰਿਲ ਮਸ਼ੀਨਾਂ ਅਸੀਂ ਵੇਖੀਆਂ ਨਾ, ਉਹ ਜਿਵੇਂ ਦਾ ਸੁਰਾਖ ਕਰਨਾ ਹੋਵੇ ਉਹ ਉਵੇਂ ਦਾ ਹੀ ਅੱਗੇ ਉਹ ਵਰਮਾ ਫਿੱਟ ਕਰ ਲੈਂਦੇ ਹੈ। ਇਸੇ ਤਰ੍ਹਾਂ ਹੀਰੇ ਨੂੰ ਜਦੋਂ ਵਿੰਨਣਾ ਹੋਵੇ, ਉਹਦੇ ਵਿੱਚ ਸੁਰਾਖ ਕਰਨਾ ਹੋਵੇ, ਤਾਂ ਵਰਮੇ ਦੀ ਅਗਲੀ ਅਣੀ ਵਿੱਚ ਹੀਰੇ ਦੀ ਨੋਕਦਾਰ ਜਿਹੜੀ ਕਣੀ ਹੁੰਦੀ ਉਹ ਜੜੀ ਜਾਂਦੀ ਹੈ, ਫਿਰ ਹੀਰੇ ਨੂੰ ਵਿੰਨਿਆ ਜਾਂਦਾ ਹੈ। ਧਾਗਾ ਹੋਏ ਪਰੋਈ ਹੈ, ਹੀਰੇ ਮਾਲ ਰਸਾਲ ਗਹੀਰੈ। ਫਿਰ ਜਦੋਂ ਹੀਰੇ ਨੂੰ ਵਿੰਨਿਆ ਜਾਂਦਾ ਹੈ ਤੇ ਫਿਰ ਧਾਗਾ ਜਿਹੜਾ ਨਾ ਉਸ ਹੀਰੇ ਦੇ ਵਿੱਚ ਪਾਇਆ ਜਾਂਦਾ ਹੈ ਤੇ ਹੀਰਿਆਂ ਦੀ ਸੁੰਦਰ ਮਾਲਾ ਪਰੋਈ ਜਾਂਦੀ ਹੈ, ਸੋਹਣੀ ਮਾਲਾ ਬਣ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਨਾ ਇਹ ਹੀਰਾ ਹੈ ਤੇ ਗੁਰੂ ਦਾ ਸ਼ਬਦ ਇਹ ਹੀਰਾ ਹੈ। ਗੁਰੂ ਦੇ ਸ਼ਬਦ ਦੇ ਨਾਲ ਹੀ ਇਸ ਮਨ ਨੂੰ ਵਿੰਨਿਆ ਜਾ ਸਕਦਾ ਹੈ। ਜੇ ਬੰਦਾ ਕਵੇ ਵੀ ਮੈਂ ਕਿਸੇ ਹੋਰ ਸਾਧਨਾ ਦੇ ਨਾਲ ਇਹਨੂੰ ਕਾਬੂ ਵਿੱਚ ਕਰ ਲਵਾਂ, ਮਹਾਰਾਜ ਕਹਿੰਦੇ ਨਹੀਂ। ਭਾਵੇਂ ਕੋਈ ਪੁੱਠਾ ਲਮਕ ਕੇ ਤਪੱਸਿਆ ਕਰਦਾ ਰਵੇ, ਜਲ ਧਾਰੇ ਕਰੇ, ਧੂਣੀਆਂ ਲਾਵੇ, ਪਾਣੀ 'ਚ ਖੜ ਕੇ ਤਾਮਸੀ ਤਪ ਕਰੇ, ਮਨ ਨਹੀਂ ਆਉਂਦਾ, ਇਹ ਟਿਕਾਓ ਵਿੱਚ ਨਹੀਂ ਆਉਂਦਾ। ਹਾਂ, ਗੁਰੂ ਸ਼ਬਦ ਦੇ ਹੀਰੇ ਦੇ ਨਾਲ ਜਦੋਂ ਇਸ ਮਨ ਹੀਰੇ ਨੂੰ ਵਿੰਨਿਆ ਜਾਂਦਾ ਹੈ ਫਿਰ ਇਹ ਸੋਹਣਾ ਸੁੰਦਰ ਹੀਰਿਆਂ ਦੀ ਮਾਲਾ ਵਾਂਗ ਬਣ ਜਾਂਦਾ ਹੈ। ਸਾਧ ਸੰਗਤ ਗੁਰ ਸ਼ਬਦ ਲਿਵ, ਹਉ ਮੈਂ ਮਾਰ ਮਰੈ ਮਨ ਧੀਰੈ। ਸਿੱਖ ਨੇ ਕੀ ਕਰਨਾ ਹੈ? ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਸ਼ਬਦ ਦੇ ਵਿੱਚ ਆਪਣੀ ਸੁਰਤ ਜੋੜਨੀ ਹੈ। ਹਉ ਮੈਂ ਨੂੰ ਮਾਰ ਕੇ ਮਰੈ ਮਨ ਧੀਰੈ, ਸੰਸਾਰ ਵੱਲੋਂ ਮਰ ਕੇ ਨਿਰੰਕਾਰ ਵੱਲ ਜਿਉਂਦੇ ਹੋਣਾ ਹੈ। ਇਸ ਤਰ੍ਹਾਂ ਮਨ ਦੇ ਵਿੱਚ ਧੀਰਜ ਧਾਰਨ ਕਰਨਾ ਹੈ। ਮਨ ਜਿਣ ਮਨ ਦੇ ਲਏ ਮਨ, ਗੁਣ ਵਿੱਚ ਗੁਣ ਗੁਰਮੁਖ ਸਰੀਰੈ। ਮਨ ਜਿਣ, ਗੁਰਸਿੱਖ ਨੇ ਮਨ ਨੂੰ ਜਿੱਤਣਾ ਹੈ। ਕਿਵੇਂ? ਮਨ ਦੇ, ਇਹ ਜਿਹੜਾ ਮਨ ਹੈ ਗੁਰੂ ਨੂੰ ਦੇ ਦੇਣਾ ਹੈ। ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਐ ਪਾਈਐ। ਤਨ ਵੀ ਮਨ ਵੀ ਧਨ ਸਭ ਕੁਝ ਗੁਰੂ ਦਾ। ਮਨ ਗੁਰੂ ਨੂੰ ਦੇ ਕੇ ਲਏ ਮਨ, ਗੁਰੂ ਦਾ ਗੁਰ ਮੰਤਰ ਲੈਣਾ ਹੈ। ਮਨ ਗੁਰੂ ਨੂੰ ਭੇਟ ਕਰਕੇ ਗੁਰ ਮੰਤਰ ਲੈ ਕੇ ਸਿੱਖ ਇਸ ਮਨ ਨੂੰ ਜਿੱਤ ਲੈਂਦਾ ਹੈ। ਗੁਣ ਵਿੱਚ ਗੁਣ ਗੁਰਮੁਖ ਸਰੀਰ ਹੈ, ਤੇ ਗੁਣਾਂ ਦੇ ਵਿੱਚੋਂ ਸ੍ਰੇਸ਼ਟ ਗੁਣ ਗੁਰਮੁਖ ਦੇ ਸਰੀਰ ਵਿੱਚ ਇਹ ਹੈ। ਕਿਹੜਾ ਗੁਣ ਹੈ? ਪੈਰੀ ਪੈ ਪਾ ਖਾਕ ਹੋਏ, ਕਾਮ ਧੇਨ ਸੰਤ ਰੇਣ ਨਾ ਨੀਰੈ। ਉਹ ਪਾ ਖਾਕ ਹੋਏ, ਗੁਰਸਿੱਖ ਜਿਹੜਾ ਨਾ ਉਹ ਚਰਨ ਧੂੜ ਬਣ ਕੇ ਗੁਰੂ ਦੇ ਚਰਨੀ ਪੈ ਜਾਂਦਾ ਹੈ। ਤੇ ਜਦੋਂ ਗੁਰੂ ਦੇ ਚਰਨੀ ਪੈ ਜਾਂਦਾ ਹੈ, ਕਾਮ ਧੇਨ ਸੰਤ ਰੇਣ ਨਾ ਨੀਰੈ। ਗੁਰੂ ਸੰਤ ਦੇ ਚਰਨਾਂ ਦੀ ਜਿਹੜੀ ਧੂੜ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਕਾਮ ਧੇਨ ਗਊ ਵੀ ਇਹਦੀ ਬਰਾਬਰਤਾ ਨਹੀਂ ਕਰ ਸਕਦੀ। ਗੁਰੂ ਚਰਨਾਂ ਦੀ ਚਰਨ ਧੂੜ ਇਹਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਕਾਮ ਧੇਨ ਗਊ ਵੀ ਇਹਦੇ ਸਦਰਸ਼ ਜਿਹੜੀ ਹੈ ਉਹ ਨਹੀਂ ਪੁੱਜ ਸਕਦੀ। ਸਿਲਾ ਅਲੂਣੀ ਚਟਣੀ, ਲਖ ਅੰਮ੍ਰਿਤ ਰਸ ਤਰਸਨ ਸੀਰੈ। ਗੁਰੂ ਚਰਨਾਂ ਦੀ ਧੂੜ ਪ੍ਰਾਪਤ ਹੋਣੀ ਤੇ ਕਾਮ ਧੇਨ ਇਹਦੀ ਬਰਾਬਰਤਾ ਨਹੀਂ ਕਰ ਸਕਦੀ।
ਤੇ ਭਾਈ ਗੁਰਦਾਸ ਜੀ ਨੂੰ ਪੁੱਛੀਏ ਵੀ ਸਾਰਿਆਂ ਨੂੰ ਗੁਰੂ ਚਰਨਾਂ ਦੀ ਧੂੜ ਇਹ ਦਾਤ ਕਿਉਂ ਨਹੀਂ ਮਿਲਦੀ, ਕੀ ਕਾਰਨ ਹੈ? ਭਾਈ ਸਾਹਿਬ ਜੀ ਕਹਿੰਦੇ ਚਾਹੁੰਦੇ ਤਾਂ ਸਾਰੇ ਨੇ, ਪਰ ਇਹ ਹੈ ਬੜੀ ਔਖੀ ਮਿਲਦੀ। ਸਿਲਾ ਅਲੂਣੀ ਚਟਣੀ, ਇਹ ਅਲੂਣੀ ਸਿਲ ਚੱਟਣ ਵਾਲੀ ਤਪੱਸਿਆ ਹੈ। ਅਲੂਣੀ ਸਿਲ, ਪੱਥਰ ਦੀ ਸਿਲ, ਉਹਨੂੰ ਕਿੱਥੇ ਚੱਟਿਆ ਜਾਂਦਾ ਹੈ? ਕਹਿੰਦੇ ਇਹ ਅਲੂਣੀ ਸਿਲ ਚੱਟਣ ਦੇ ਬਰਾਬਰ ਵਾਲੀ ਇਹ ਤਪੱਸਿਆ ਹੈ। ਲੱਖ ਅੰਮ੍ਰਿਤ ਰਸ ਤਰਸਨ ਸੀਰੇ, ਸੀਰੇ ਦਾ ਅਰਥ ਹੁੰਦਾ ਮਿਠਾਸ, ਰਸਾਂ ਦਾ ਘਰ। ਲੱਖਾਂ ਹੀ ਲੋਕ ਇਸ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਨ ਲਈ ਤਰਸਦੇ ਰਹਿੰਦੇ ਹੈ, ਪਰ ਉਹਨਾਂ ਨੂੰ ਇਹ ਰਸ ਜਿਹੜਾ ਹੈ ਪ੍ਰਾਪਤ ਨਹੀਂ ਹੁੰਦਾ, ਇਹ ਮਿਠਾਸ ਉਹਨਾਂ ਨੂੰ ਮਿਲਦੀ ਨਹੀਂ ਹੈ। ਵਿਰਲਾ ਸਿੱਖ ਸੁਣੈ ਗੁਰ ਪੀਰੈ, ਕਾਰਨ ਕੀ ਹੈ? ਇਹ ਅੰਮ੍ਰਿਤ ਰਸ ਦੀ ਮਿਠਾਸ ਮਿਲਦੀ ਕਿਉਂ ਨਹੀਂ ਹੈ? ਭਾਈ ਸਾਹਿਬ ਜੀ ਕਹਿੰਦੇ ਕੋਈ ਵਿਰਲਾ ਸਿੱਖ ਹੈ ਦੁਨੀਆ ਵਿੱਚ, ਸੁਣੈ ਗੁਰ ਪੀਰੈ, ਜਿਹੜਾ ਗੁਰੂ ਪੀਰ ਦੀ ਸਿੱਖਿਆ ਨੂੰ ਸੁਣ ਕੇ ਜੀਵਨ ਵਿੱਚ ਧਾਰਨ ਕਰਦਾ ਹੈ। ਨਹੀਂ ਤੇ ਸਿਰਫ ਬੰਦਾ ਆਉਂਦਾ ਹੈ, ਸੀਸ ਝੁਕਾਉਂਦਾ ਚਲਿਆ ਜਾਂਦਾ, ਤੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਪੂਰਨ ਤੌਰ 'ਤੇ ਧਾਰਨ ਨਹੀਂ ਕਰਦਾ। ਸੋ ਜਿਹੜਾ ਗੁਰੂ ਪੀਰ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ, ਉਹ ਗੁਰੂ ਚਰਨਾਂ ਦੀ ਧੂੜ ਬਣ ਕੇ, ਗੁਰੂ ਚਰਨਾਂ ਦੀ ਧੂੜ ਨੂੰ ਮਸਤਕ 'ਤੇ ਲਾ ਕੇ ਨਾਮ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਲੈਂਦਾ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਨੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਹੁਣ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ, ਤੇ ਪੰਜਾਬ ਦੇ ਹੱਕਾਂ ਲਈ ਬੁਲੰਦ ਆਵਾਜ਼ ਕਰਨ ਵਾਲੇ ਨੌਜਵਾਨ ਵੀਰ ਸੰਦੀਪ ਸਿੰਘ ਉਰਫ ਦੀਪ ਸਿੱਧੂ, ਸੋ ਉਹਨਾਂ ਦੀ ਯਾਦ ਵਿੱਚ ਇੱਕ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਦੀ ਆਰੰਭਤਾ ਹੋਵੇਗੀ ਜੀ। ਸਿਲਾ ਅਲੂਣੀ ਚਟਣੀ, ਲਖ ਅੰਮ੍ਰਿਤ ਰਸ ਤਰਸਨ ਸੀਰੈ, ਵਿਰਲਾ ਸਿੱਖ ਸੁਣੈ ਗੁਰ ਪੀਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ